ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਰੀ ਫਾਰਮ ਹੈਲਪਲਾਈਨ ਪਾਵਰਡ ਬਾय KSA ਸਟੋਰ ਰੀਪਰ ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ ਲੈ ਹਾਜ਼ਰ ਹਾਂ ਮੈਂ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369 ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਵਿੱਚ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀ ਮਹੱਤਤਾ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਸੁਮਿਤ ਸਿੰਘ। ਡਾਕਟਰ ਸਾਹਿਬ ਜੀ ਆਇਆਂ ਨੂੰ। ਬਹੁਤ ਧੰਨਵਾਦ ਨਿਖਿਲ ਜੀ। ਅੱਛਾ ਡਾਕਟਰ ਸਾਹਿਬ, ਪਹਿਲਾ ਸਵਾਲ ਤੇ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੇ ਟੀਕਾਕਰਨ ਤੇ ਮਲੱਪ ਰਹਿਤ ਕਰਨਾ ਇਹ ਜ਼ਰੂਰੀ ਕਿਉਂ ਹੈ ਤੇ ਪਸ਼ੂ ਪਾਲਕਾਂ ਨੂੰ ਇਸ ਦਾ ਕੀ ਫਾਇਦਾ ਹੁੰਦਾ ਹੈ? ਹਾਂਜੀ ਨਿਖਿਲ ਜੀ, ਬਹੁਤ ਮਹੱਤਵਪੂਰਨ ਸਵਾਲ ਹੈ ਤੁਹਾਡਾ। ਆਮ ਤੌਰ ਤੇ ਆਪਣੇ ਜਿਹੜੇ ਕਿਸਾਨ ਭਰਾ ਹੈ ਇਸ ਚੀਜ਼ ਨੂੰ ਅਣਗਹਿਲੀ ਕਰ ਦਿੰਦੇ ਆ, ਗੌਰ ਨਹੀਂ ਕਰਦੇ ਤੇ ਕਈ ਵਾਰੀ ਬਹੁਤ ਵੱਡੇ ਨੁਕਸਾਨ ਵੀ ਜਿਹੜੇ ਉਹਨਾਂ ਨੂੰ ਹੋ ਜਾਂਦੇ ਆ। ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਜਿਹੜੇ ਕੀੜੇ ਪਸ਼ੂ ਦੇ ਅੰਦਰ ਪਾਏ ਜਾਂਦੇ ਆ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੂੰਗਾ। ਜਿਵੇਂ ਕੁਝ ਪੇਟ ਦੇ ਅੰਦਰ ਉਹਦੇ ਕੀੜੇ ਹੁੰਦੇ ਆ, ਕੁਝ ਉਹਦੇ ਜਿਗਰ ਦੇ ਅੰਦਰ ਕੀੜੇ ਹੁੰਦੇ ਜਿਹਨੂੰ ਆਪਾਂ ਲੀਵਰ ਫਲੂਕਸ ਕਹਿ ਦਿੰਦੇ ਆ, ਕੁਝ ਉਹਦੇ ਫੇਫੜਿਆਂ ਦੇ ਅੰਦਰ ਕੀੜੇ ਹੁੰਦੇ ਜਿਹਨੂੰ ਲੰਗਸ ਫਾਰਮਸ ਕਹਿੰਦੇ ਆ, ਕੁਝ ਹਾਰਟ ਦੇ ਵਿੱਚ ਜਾਂ ਉਹਦੇ ਅੱਖਾਂ ਦੇ ਵਿੱਚ ਵੀ ਕੀੜੇ ਹੋ ਸਕਦੇ ਆ, ਤੇ ਕੁਝ ਉਹਦੇ ਬਾਹਰਲੀ ਸਕਿਨ ਜਾਂ ਤਵਚਾ ਦੇ ਵਿੱਚ ਵੀ ਕੁਝ ਕੀੜੇ ਹੋ ਸਕਦੇ ਜਿਹਨੂੰ ਆਪਾਂ ਚਿੜ ਕਹਿੰਦੇ ਆ। ਤਾਂ ਇਹ ਜਿਹੜੇ ਸਾਰੇ ਕੀੜੇ ਆ ਇਹ ਅਲਟੀਮੇਟਲੀ ਜਿਹੜੇ ਆ ਆਪਣੇ ਪਸ਼ੂ ਦੀ ਜਿਹੜੀ ਹੈਲਥ ਡਾਊਨ ਕਰਦੇ ਆ ਤਾਂ ਉਹਦੀ ਪ੍ਰੋਡਕਸ਼ਨ ਜਿਹੜੀ ਹੈ ਘੱਟ ਕਰਦੇ ਆ। ਅਗਰ ਅਸੀਂ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਦੀ ਗੱਲ ਕਰੀਏ ਤਾਂ ਰੈਗੂਲਰ ਆਪਦੀ ਪਸ਼ੂਆਂ ਦੀ ਜਿਹੜੀ ਡੀਵਾਰਮਿੰਗ ਤੇ ਵੈਕਸੀਨੇਸ਼ਨ ਕਰਾ ਰਹੇ ਆ ਤੇ ਉਹਦਾ ਰਿਕਾਰਡ ਵੀ ਰੱਖਦੇ ਆ ਤਾਂ ਕਿ ਉਹਨਾਂ ਨੂੰ ਇਹ ਯਾਦ ਰਹੇ ਕਿ ਅਗਲੀ ਵਾਰੀ ਉਹਦੀ ਡੀਵਾਰਮਿੰਗ ਕਦੋਂ ਹੋਣੀ ਹੈ। ਪਰ ਜਿਹੜੇ ਆਪਣੇ ਛੋਟੇ ਕਿਸਾਨ ਆ ਜਿਨ੍ਹਾਂ ਕੋਲ 3 ਜਾਂ 4 ਪਸ਼ੂ ਆਪਣੇ ਘਰੇ ਰੱਖੇ ਹੋਏ ਆ ਉਹ ਇਸ ਚੀਜ਼ ਨੂੰ ਅਣਗਹਿਲੀ ਮੰਨੋ ਜਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਤੇ ਉਹ ਚੀਜ਼ ਨੂੰ ਇਸ 'ਤੇ ਗੌਰ ਨਹੀਂ ਕਰਦੇ ਤੇ ਬਹੁਤ ਉਹਦੇ ਜਿਹੜੇ ਭਿਆਨਕ ਜਿਹੜੇ ਨੁਕਸਾਨ ਆ ਉਹਨਾਂ ਨੂੰ ਦੇਖਣ ਨੂੰ ਮਿਲ ਸਕਦੇ। ਡਾਕਟਰ ਸਾਹਿਬ, ਆਮ ਤੌਰ ਤੇ ਇਹ ਵੀ ਵੇਖਿਆ ਗਿਆ ਹੈ ਜੋ ਕਿਸਾਨ ਵੀਰਾਂ ਦਾ ਸਵਾਲ ਵੀ ਆਉਂਦਾ ਹੈ ਕਿ ਜੇ ਅਸੀਂ ਟੀਕਾਕਰਨ ਕਰਾਉਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਪਸ਼ੂ ਦਾ ਦੁੱਧ ਜਿਹੜਾ ਹੈ ਉਹ ਘਟ ਜਾਂਦਾ ਹੈ। ਹਾਂਜੀ, ਤੁਸੀਂ ਇਸ ਗੱਲ ਨਾਲ ਕਿੱਥੋਂ ਤੱਕ ਸਹਿਮਤ ਹੋ? ਸਹੀ ਗੱਲ ਹੈ ਕਿ ਥੋੜ੍ਹੇ ਦਿਨ ਲਈ ਉਹ ਜਿਹੜਾ ਆਪਣਾ ਦੁੱਧ ਆ ਘਟੂਗਾ। ਉਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਉਦਾਹਰਨ ਮੈਂ ਆਪਣੇ ਹਿਊਮਨਸ ਦੇ ਵਿੱਚ ਦੇਣਾ ਚਾਹੂੰਗਾ। ਜਿਵੇਂ ਆਪਾਂ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਕਰਾਉਂਦੇ ਹਾਂ ਅਤੇ ਉਹ ਸਾਨੂੰ ਡਾਕਟਰ ਕਹਿੰਦਾ ਹੈ ਕਿ 1-2 ਦਿਨ ਲਈ ਬੱਚੇ ਨੂੰ ਬੁਖਾਰ ਹੋਊਗਾ। ਠੀਕ ਹੈ, ਕਿਉਂ ਹੋਊਗਾ? ਕਿਉਂਕਿ ਉਹ ਜਿਹੜੀ ਤੁਸੀਂ ਵੈਕਸੀਨ ਕਰਾਈ ਹੈ ਉਹਦੇ ਅੰਦਰ ਕੰਮ ਕਰਨਾ ਉਹ ਸ਼ੁਰੂ ਕਰ ਦਿੰਦੀ ਹੈ। ਇਸੇ ਤਰ੍ਹਾਂ ਪਸ਼ੂਆਂ ਦੇ ਵਿੱਚ ਜਦੋਂ ਤੁਸੀਂ ਮੂੰਹ ਖੁਰ ਦੀ ਜਾਂ ਕੋਈ ਹੋਰ ਗਲਘੁੱਟੂ ਦੀ ਆਪਣੀ ਵੈਕਸੀਨੇਸ਼ਨ ਜਾਂ ਟੀਕਾਕਰਨ ਕਰਾਉਂਦੇ ਹੋ ਤਾਂ ਕੁਝ ਸਮੇਂ ਲਈ, ਕੁਝ ਦਿਨਾਂ ਲਈ ਪਸ਼ੂ ਦੇ ਅੰਦਰ ਜਿਹੜਾ ਤਾਪਮਾਨ ਵੱਧਦਾ ਹੈ। ਇਹਦਾ ਮਤਲਬ ਹੈ ਕਿ ਜੋ ਆਪਾਂ ਵੈਕਸੀਨੇਸ਼ਨ ਕੀਤੀ ਉਹ ਸਕਸੈਸਫੁਲ ਹੈ। ਠੀਕ ਹੈ, ਉਹਦੇ ਅੰਦਰ ਕੰਮ ਕਰ ਰਹੀ ਹੈ ਅਤੇ ਗਾਂ ਉਸ ਪਸ਼ੂ ਨੂੰ ਉਹ ਬਿਮਾਰੀ ਜਿਹੜੀ ਹੈ ਨਹੀਂ ਹੋਊਗੀ। ਠੀਕ ਹੈ, ਅਤੇ ਉਹ ਅਮੂਮਨ ਹੁੰਦਾ ਹੀ ਹੈ ਅਤੇ ਅਗਰ ਹੋ ਰਿਹਾ ਤਾਂ ਚੰਗੀ ਗੱਲ ਹੈ। ਪਰ ਉਹ 3-4 ਦਿਨ ਲਈ ਹੋਊਗਾ। 3-4 ਦਿਨ ਲਈ ਪਸ਼ੂ ਥੋੜ੍ਹੇ ਪੱਠੇ ਘੱਟ ਖਾਊਗਾ, ਥੋੜ੍ਹਾ ਜਿਹਾ ਦੁੱਧ ਘੱਟ ਹੋਊਗਾ, ਪਰ 4-5 ਦਿਨ ਬਾਅਦ ਉਹਨੇ ਆਪਣੇ ਆਪ ਹੀ ਰਿਕਵਰੀ ਜਿਹੜੀ ਦੁੱਧ ਦੀ ਉਹ ਪੂਰੀ ਕਰਨਾ ਸ਼ੁਰੂ ਕਰ ਦੇਣੀ ਹੈ। ਇਸੇ ਤਰ੍ਹਾਂ ਅਗਰ ਡੀਵਾਰਮਿੰਗ ਦੀ ਗੱਲ ਕਰੀਏ ਤਾਂ ਕੁਛ ਦਿਨ ਲਈ ਪਸ਼ੂਆਂ ਦਾ ਕੀ ਹੈ ਡਾਇਰੀਆ ਹੋਣਾ ਸ਼ੁਰੂ ਹੋਊਗਾ, ਗੋਹਾ ਪਤਲਾ ਹੋ ਜਾਊਗਾ। ਉਹਦਾ ਕੰਮ ਉਹੀ ਹੈ ਕਿ ਹਾਂ ਉਹਦੀ ਜਿਹੜੀ ਤੁਸੀਂ ਦਵਾਈ ਦਿੱਤੀ ਉਹ ਕੰਮ ਕਰ ਗਈ ਅਤੇ ਥੋੜ੍ਹੇ ਦਿਨ ਬਾਅਦ ਉਹ ਫਿਰ ਆਪਣੇ ਜਿਹੜੇ ਨੋਰਮਲ ਜਿਵੇਂ ਚੱਲ ਰਿਹਾ ਉੱਤੇ ਵੀ ਦੁੱਧ 'ਤੇ ਵੀ ਆ ਜਾਊਗਾ ਤਾਂ ਪੂਰੇ ਪੱਠੇ ਵੀ ਜਿਹੜੇ ਖਾਣਾ ਸ਼ੁਰੂ ਕਰ ਦਊਗਾ। ਤੇ ਡਾਕਟਰ ਸਾਹਿਬ, ਤੁਸੀਂ ਹੁਣੇ ਮੈਂ ਵੇਖ ਰਿਹਾ ਸੀ ਜ਼ਿਕਰ ਵੀ ਕੀਤਾ ਚਿੱਚੜ ਬਰਸਾਤਾਂ ਦੇ ਮੌਸਮ ਵਿੱਚ ਆਮ ਸਾਨੂੰ ਵੇਖਣ ਨੂੰ ਮਿਲ ਜਾਂਦੇ ਨੇ। ਇਸ ਤੋਂ ਕਿਹੜੀ ਬਿਮਾਰੀਆਂ ਜਿਹੜੀਆਂ ਨੇ ਉਹ ਜਨਮ ਲੈਂਦੀਆਂ ਨੇ ਅਤੇ ਉਸ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ? ਹਾਂਜੀ, ਅਮੂਮਨ ਆਪਾਂ ਗਰਮੀਆਂ ਦੇਖਦੇ ਹਾਂ ਕਿ ਆਪਾਂ ਫਾਰਮ 'ਤੇ ਤਾਂ ਵੱਡੇ ਫਾਰਮਾਂ 'ਤੇ ਚਲੋ ਕਿ ਬਚਾਅ ਹੁੰਦਾ, ਪਰ ਆਪਣੇ ਛੋਟੇ ਫਾਰਮਾਂ 'ਤੇ ਕਈ ਵਾਰੀ ਉਹ ਚੀਜ਼ ਦੀ ਗੌਰ ਨਹੀਂ ਕਰਦੇ ਅਤੇ ਉਹ ਗੌਰ ਨਾ ਕਰਨ ਨਾਲ ਬਹੁਤ ਹੀ ਭਿਆਨਕ ਬਿਮਾਰੀਆਂ ਜਿਹੜੀਆਂ ਪਸ਼ੂ ਨੂੰ ਹੋ ਸਕਦੀਆਂ, ਜਿਹਨੂੰ ਕਿ ਆਪਾਂ ਆਪਣੇ ਟੈਕਨੀਕਲ ਟਰਮ 'ਚ ਬਲੱਡ ਪੈਰਾਸਾਈਟਸ ਕਹਿੰਦੇ ਹਾਂ ਕਿ ਉਹਦੇ ਖੂਨ ਦੇ ਅੰਦਰ ਉਹ ਬਿਮਾਰੀਆਂ ਬਣਨਾ ਸ਼ੁਰੂ ਹੋ ਜਾਂਦੀਆਂ, ਜਿਹਦੇ ਵਿੱਚ ਕਿ ਬਵੇਸ਼ੀਓਸਿਸ, ਥਲੇਰੀਓਸਿਸ ਅਤੇ ਮੇਨ 3 ਬਿਮਾਰੀ ਜਿਹੜੀਆਂ ਪਲਾਜ਼ਮੋਸਿਸ ਹੈ। ਇਹਨਾਂ ਬਿਮਾਰੀਆਂ ਬਾਰੇ ਮੈਂ ਹੋਰ ਦੱਸਣਾ ਚਾਹੂੰਗਾ ਤੁਹਾਨੂੰ ਕਿਉਂਕਿ ਬਹੁਤ ਭਿਆਨਕ ਬਿਮਾਰੀਆਂ ਅਤੇ ਕਈ ਵਾਰੀ ਉਸ ਕਰਕੇ ਪਸ਼ੂ ਦੀ ਜਿਹੜੀ ਹੈ ਡੈਥ ਵੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਅਗਰ ਮੈਂ ਬਵੇਸ਼ੀਓਸਿਸ ਦੀ ਗੱਲ ਕਰਾਂ ਤਾਂ ਆਪਣੀ ਦੇਸੀ ਭਾਸ਼ਾ 'ਚ ਆਪੂ ਇਹਨੂੰ ਕਹਿੰਦੇ ਨੇ ਪਸ਼ੂ ਲਹੂ ਮੂਤ ਗਿਆ। ਜਿਵੇਂ ਕਿ ਇਹਦਾ ਨਾਮ ਰੱਖਿਆ ਗਿਆ ਹੈ, ਪਸ਼ੂ ਦੇ ਪਿਸ਼ਾਬ ਦੇ ਵਿੱਚ ਲਹੂ ਆਉਣਾ ਸ਼ੁਰੂ ਹੋ ਜਾਂਦਾ, ਪਿਸ਼ਾਬ ਲਾਲ ਰੰਗ ਦਾ ਹੋ ਜਾਂਦਾ, ਪਸ਼ੂ ਦਾ ਟੈਂਪਰੇਚਰ ਹੈ ਇੱਕਦਮ ਵੱਧ ਜਾਂਦਾ। ਦੂਸਰੀ ਬਿਮਾਰੀ ਹੈ ਜੀ ਥਲੇਰੀਓਸਿਸ। ਉਹਦੇ ਵਿੱਚ ਕੀ ਹੁੰਦਾ ਕਿ ਪਸ਼ੂ ਦੇ ਜਿਹੜੇ ਲਿੰਫ ਨੋਡਸ ਹੈ ਜਿਹਨੂੰ ਆਪਾਂ ਗੰਢਾ ਕਹਿ ਦਿੰਦੇ ਹਾਂ ਉਹ ਸੁੱਜਣੀਆਂ ਸ਼ੁਰੂ ਹੋ ਜਾਂਦੀਆਂ।
ਪਸ਼ੂ ਦਾ ਟੈਂਪਰੇਚਰ ਜਿਹੜਾ 106 107 ਡਿਗਰੀ ਤੱਕ ਚਲਾ ਜਾਂਦਾ, ਠੀਕ ਹੈ। ਤੇ ਤੀਸਰੀ ਜਿਹੜੀ ਬਿਮਾਰੀ ਹੈ ਉਹ ਹੈ ਐਨਾਪਲਾਜ਼ਮੋਸਿਸ। ਉਹਦੇ ਵਿੱਚ ਕੀ ਹੁੰਦਾ ਕਿ ਪਸ਼ੂ ਕੋਈ ਲੱਛਣ ਨਹੀਂ ਦਿਖਾ ਰਿਹਾ ਹੁੰਦਾ, ਪਰ ਉਹਦੇ ਅੰਦਰ ਹੌਲੀ ਹੌਲੀ ਉਹ ਜਿਹੜੀ ਬਿਮਾਰੀ ਹੈ ਉਹ ਪਣਪ ਰਹੀ ਹੈ ਤੇ ਪਸ਼ੂ ਨੂੰ ਅੰਦਰੋਂ ਹੀ ਅੰਦਰ ਉਹਨੂੰ ਕਮਜ਼ੋਰ ਕਰਦੀ ਹੈ। ਉਹਦੇ ਨਾਲ ਕੀ ਹੋਊਗਾ ਕਿ ਪਸ਼ੂ ਦਾ ਜਿਹੜਾ ਹੀਮੋਗਲੋਬਿਨ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਬਲੱਡ ਘਟਣਾ ਸ਼ੁਰੂ ਹੋ ਜਾਊਗਾ, ਠੀਕ ਹੈ। ਪਸ਼ੂ ਹੌਲੀ ਹੌਲੀ ਆਪਣਾ ਜਿਹੜਾ ਪੱਠੇ ਖਾਣਾ ਘੱਟ ਕਰ ਦਊਗਾ, ਪਸ਼ੂ ਦਾ ਦੁੱਧ ਡਿਕਰੀਜ਼ ਹੋ ਜਾਊਗਾ, ਉਹਦੀ ਜਿਹੜੀ ਇਮਿਊਨਿਟੀ ਹੈ ਉਹ ਕੰਪਰੋਮਾਈਜ਼ ਹੋਊਗੀ ਤੇ ਐਂਡ ਦੇ ਵਿੱਚ ਉਹ ਪਸ਼ੂ ਦੀ ਡੈਥ ਵੀ ਹੋ ਸਕਦੀ ਹੈ। ਇਸ ਚੀਜ਼ ਤੋਂ ਬਚਾਉਣ ਲਈ ਆਪਾਂ ਨੂੰ ਜਿਹੜੀ ਜ਼ਰੂਰੀ ਚੀਜ਼ ਦਾ ਧਿਆਨ ਰੱਖਣਾ ਉਹ ਇਹ ਹੈ ਕਿ ਆਪਾਂ ਆਪਣੇ ਪਸ਼ੂਆਂ ਨੂੰ ਤਾਂ ਚਿੱਚੜਾਂ ਤੋਂ ਬਚਾਈਏ, ਪਰ ਜਦੋਂ ਤੁਸੀਂ ਪਸ਼ੂ ਦੇ ਚਿੱਚੜ ਸਾਫ਼ ਕਰ ਰਹੇ ਹੋ, ਨਾਲ ਹੀ ਨਾਲ ਜਿਹੜਾ ਤੁਹਾਡਾ ਸ਼ੈੱਡ ਹੈ ਉਸ ਪੂਰੇ ਸ਼ੈੱਡ ਦੀ ਵੀ ਜਿਹੜੀ ਸਫਾਈ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਚਿੱਚੜ ਜਿਹੜੇ ਆ ਤੁਸੀਂ ਦੇਖੋਗੇ ਕਿ ਕੰਧਾਂ ਦੇ ਵਿੱਚ ਜਿੱਥੇ ਬਿੱਥਾਂ ਹੁੰਦੀਆਂ ਜਗ੍ਹਾ ਮਿਲਦੀ ਹੈ ਉੱਥੇ ਪਣਪਦੇ ਆ, ਤੇ ਜੇ ਤੁਸੀਂ ਉਹਨਾਂ ਦੀ ਸਫਾਈ ਨਹੀਂ ਕਰੋਗੇ ਤਾਂ ਦੁਬਾਰਾ 15-20 ਦਿਨ ਜਾਂ ਮਹੀਨੇ ਬਾਅਦ ਫਿਰ ਚਿੱਚੜ ਜਿਹੜੇ ਪਸ਼ੂ 'ਤੇ ਲੱਗ ਜਾਣਗੇ। ਇਸ ਕਰਕੇ ਪਸ਼ੂ ਦੀ ਸਫਾਈ ਦੇ ਨਾਲ ਨਾਲ ਆਪਣੇ ਸ਼ੈੱਡ ਦੀ ਜਿਹੜੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਉਹਦੇ ਲਈ ਬਹੁਤ ਸਾਰੀ ਦਵਾਈਆਂ ਮਾਰਕੀਟ 'ਚ ਅਵੇਲੇਬਲ ਹੈ, ਤੁਸੀਂ ਉਹ ਯੂਜ਼ ਕਰ ਸਕਦੇ ਹੋ। ਹਾਂ, ਅਗਰ ਤੁਹਾਡੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ ਤੇ ਕਿਸੇ ਕੁਆਲੀਫਾਈਡ ਵੈਟਰਨਰੀਅਨ ਡਾਕਟਰ ਤੋਂ ਸਲਾਹ ਲਓ, ਉਹਦਾ ਜਲਦ ਤੋਂ ਜਲਦ ਉਹਦਾ ਟ੍ਰੀਟਮੈਂਟ ਕਰਾਓ ਤਾਂ ਕਿ ਅਸੀਂ ਆਪਣਾ ਜਿਹੜਾ ਨੁਕਸਾਨ ਹੋ ਸਕਦਾ ਉਹਨੂੰ ਬਚਾ ਸਕੀਏ। ਇਸ ਤੋਂ ਇਲਾਵਾ ਅਗਰ ਰੋਕਥਾਮ ਦੀ ਗੱਲ ਕਰੀਏ ਤੇ ਗਵਰਨਮੈਂਟ ਵੱਲੋਂ ਆਪਾਂ ਨੂੰ ਇੱਕ ਬਹੁਤ ਵਧੀਆ ਫੈਸਿਲਿਟੀ ਜਿਹੜੀ ਆ ਆਪਣੇ ਹਰ ਜ਼ਿਲ੍ਹੇ ਦੇ ਵਿੱਚ ਪੋਲੀਕਲੀਨਿਕ ਹਸਪਤਾਲ ਹੈ ਵੈਟਰਨਰੀ ਦਾ, ਉਹਦੇ ਵਿੱਚ ਤੁਸੀਂ ਆਪਦੇ ਪਸ਼ੂ ਦਾ ਸੈਂਪਲ ਲੈ ਕੇ ਚੈੱਕ ਕਰਾਓ। ਹੁੰਦਾ ਕੀ ਹੈ ਕਿ ਪਸ਼ੂ ਬਿਮਾਰ ਹੋ ਜਾਂਦਾ, ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹਦਾ ਅਸਰ ਕਈ ਵਾਰੀ ਆਪਾਂ ਨੂੰ ਜਲਦੀ ਉਹਦਾ ਟ੍ਰੀਟਮੈਂਟ ਜਿਹੜਾ ਜਲਦੀ ਨਹੀਂ ਹੋ ਪਾਉਂਦਾ। ਜੇ ਤੁਸੀਂ ਉਸ ਦੀ ਟੈਸਟਿੰਗ ਕਰਾਓਗੇ ਤਾਂ ਇਸ ਹਰ ਬਿਮਾਰੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਇਹਦੇ ਲਈ ਇੱਕ ਡਰੱਗ ਆਫ ਚੋਇਸ ਹੁੰਦੀ ਹੈ ਕਿ ਇੱਕ ਪਾਰਟਿਕੂਲਰ ਮੈਡੀਸਿਨ ਹੈ ਜਿਹੜੀ ਇਸ 'ਤੇ 100% ਕੰਮ ਕਰੂਗੀ ਤੇ ਉਸ ਹਿਸਾਬ ਨਾਲ ਉਹਦੀ ਜਿਹੜੀ ਰਿਕਵਰੀ ਹੈ ਉਹ ਚੰਗੀ ਹੋਊਗੀ। ਇਸ ਕਰਕੇ ਜਿਹੜੀ ਸਹੂਲਤ ਸਾਨੂੰ ਆਪਣੇ ਸਰਕਾਰ ਵੱਲੋਂ ਹੈ ਉਹਦਾ ਜਿਹੜਾ ਉਪਯੋਗ ਹੈ ਉਹ ਕਰਨਾ ਚਾਹੀਦਾ। ਤੀਸਰੀ ਚੀਜ਼ ਆਪਾਂ ਦੇਖਦੇ ਹਾਂ ਕਿ ਆਪਾਂ ਨਵਾਂ ਪਸ਼ੂ ਲੈ ਕੇ ਆਏ ਹਾਂ, ਠੀਕ ਹੈ, ਤੇ ਉਹਦੀ ਵੀ ਟੈਸਟਿੰਗ ਜਿਹੜੀ ਆਪਾਂ ਇਸ ਪੋਲੀਕਲੀਨਿਕ 'ਤੇ ਜਾ ਕੇ ਕਰਵਾ ਸਕਦੇ ਹਾਂ ਤਾਂ ਕਿ ਅਸੀਂ ਇਸ ਭਿਆਨਕ ਜਿਹੜੀ ਬਿਮਾਰੀ ਹੈ ਉਸ ਤੋਂ ਬਚ ਸਕੀਏ। ਬਿਲਕੁਲ, ਬਹੁਤ ਸਾਰੇ ਸਵਾਲ ਡਾਕਟਰ ਸਾਹਿਬ ਕਿਸਾਨ ਵੀਰਾਂ ਦੇ ਮਨਾਂ ਵਿੱਚ ਹੋਣਗੇ, ਉਹ ਸਵਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਬਸ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਅੱਜ ਦਾ ਵਿਸ਼ਾ ਹੈ ਪਸ਼ੂਆਂ ਵਿੱਚ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀ ਮਹੱਤਤਾ, ਜਿਸ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਅਸੀਸ ਤੋਂ ਡਾਕਟਰ ਸੁਮਿਤ ਸਿੰਘ। ਤੇ ਡਾਕਟਰ ਸਾਹਿਬ, ਜਿਵੇਂ ਮੈਂ ਕਿਹਾ ਸੀ, ਹੁਣ ਕਿਸਾਨ ਵੀਰ ਸਾਡੇ ਨਾਲ ਜੁੜਨਗੇ ਆਪਣੇ ਸਵਾਲ ਦੇ ਨਾਲ, ਤੇ ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ, ਮੇਰਾ ਨਾਮ ਲਖਿੰਦਰ ਸਿੰਘ ਆ, ਮੈਂ ਰੋੜਾਂ ਵਾਲੇ ਪਿੰਡ ਤੋਂ ਬੋਲ ਰਿਹਾ ਜੀ। ਜੀ ਜੀ। ਹਾਂਜੀ, ਸਵਾਲ ਮੇਰਾ ਇਹ ਸਰ, ਮਲੱਪਾਂ ਜਿਹੜੇ ਪਸ਼ੂ ਹੁੰਦੇ ਆਪਣੇ ਜੀ। ਹਾਂਜੀ ਹੈਲੋ। ਹਾਂਜੀ ਹਾਂਜੀ, ਪੁੱਛੋ। ਹਾਂਜੀ, ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦਾ ਸਹੀ ਸਮਾਂ ਕਿਹੜਾ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਿਹੜੀ ਵੀ ਆਪਾਂ ਪਸ਼ੂਆਂ ਦੇ ਵਿੱਚ ਮਲੱਪ ਰਹਿਤ ਜਾਂ ਜਿਹਨੂੰ ਆਪਾਂ ਡਿਵਾਰਮਿੰਗ ਕਹਿੰਦੇ ਆ, ਉਹਦਾ ਇੱਕ ਪ੍ਰੋਪਰ ਸ਼ਡਿਊਲ ਜਿਹੜਾ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਛੋਟੇ ਬੱਚਿਆਂ ਦੇ ਵਿੱਚ ਗੱਲ ਕਰੀਏ, ਬੱਚੀਆਂ ਜਾਂ ਕੱਟੀਆਂ ਦੇ ਵਿੱਚ, ਜਦੋਂ ਤੁਹਾਡਾ ਬੱਚੀ ਜਾਂ ਕੱਟੀ 15 ਦਿਨ ਦੀ ਹੋ ਜਾਵੇ, ਉਹਦੀ ਫਸਟ ਡਿਵਾਰਮਿੰਗ ਜਿਹੜੀ ਹੈ ਉਸ ਦਿਨ ਹੋ ਜਾਣੀ ਚਾਹੀਦੀ ਹੈ। 15 ਦਿਨ ਦੇ ਬਾਅਦ ਉਹਨੂੰ ਰਿਪੀਟ ਕਰੋ ਤੇ ਹਰ 1 ਮਹੀਨੇ ਬਾਅਦ 6 ਮਹੀਨਿਆਂ ਤੱਕ ਉਹਦੀ ਜਿਹੜੀ ਹੈ ਡਿਵਾਰਮਿੰਗ ਕਰਨਾ ਬਹੁਤ ਜ਼ਰੂਰੀ ਹੈ। ਵੱਡੇ ਪਸ਼ੂ ਦੀ ਗੱਲ ਕਰੀਏ ਤਾਂ ਹਰ 3 ਮਹੀਨਿਆਂ ਦੇ ਅੰਤਰਾਲ ਦੇ ਬਾਅਦ ਸਾਨੂੰ ਉਹਦੀ ਜਿਹੜੀ ਡਿਵਾਰਮਿੰਗ ਕਰਨਾ ਬਹੁਤ ਜ਼ਰੂਰੀ ਹੈ। ਤੇ ਇਹਦੇ ਲਈ ਜਿਵੇਂ ਪਹਿਲੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹਦਾ ਰਿਕਾਰਡ ਰੱਖੋ ਕਿ ਅਗਰ ਜਿਸ ਦਿਨ ਤੁਸੀਂ ਉਹਦੀ ਡਿਵਾਰਮਿੰਗ ਕੀਤੀ ਆ ਉਹ ਡੇਟ ਨੋਟ ਕਰ ਲਓ, ਜਿਹੜੀ ਦਵਾਈ ਤੁਸੀਂ ਯੂਜ਼ ਕੀਤੀ ਹੈ ਉਹ ਵੀ ਨੋਟ ਕਰ ਲਓ, ਕਿਉਂਕਿ ਜਦੋਂ ਅੱਜ ਤੁਸੀਂ ਜਿਸ ਦਵਾਈ ਨਾਲ ਉਹਦੀ ਡਿਵਾਰਮਿੰਗ ਕਰ ਰਹੇ ਹੋ, ਅਗਲੀ ਵਾਰੀ ਉਹ ਜਿਹੜੀ ਦਵਾਈ ਹੈ ਤੁਸੀਂ ਚੇਂਜ ਕਰਨੀ ਹੈ, ਕਿ ਹਰ ਵਾਰ ਇੱਕ ਦਵਾਈ ਯੂਜ਼ ਨਹੀਂ ਕਰਨੀ। ਤੀਸਰੀ ਚੀਜ਼ ਉਹਦੀ ਡੋਜ਼, ਕਿ ਆਪਾਂ ਕੀ ਕਰਦੇ ਹਾਂ, ਇੱਕ ਗੋਲੀ ਲਿਆਉਂਦੇ ਹਾਂ ਬਾਜ਼ਾਰ ਤੋਂ ਤੇ ਛੋਟੇ ਵੱਡੇ ਜਿਹੜੇ ਵੀ ਪਸ਼ੂ ਸਾਰਿਆਂ ਨੂੰ ਇੱਕ ਹਿਸਾਬ ਨਾਲ ਦੇ ਦਿੰਦੇ ਹਾਂ, ਪਰ ਉਹਦੀ ਜਿਹੜੀ ਡੋਜ਼ ਹੈ ਉਹਦੇ ਬੋਡੀ ਵੇਟ ਦੇ ਅਕੋਰਡਿੰਗ ਆਪਾਂ ਬਣਾ ਕੇ ਦੇਣੀ ਹੈ। ਕਿ ਛੋਟਾ ਪਸ਼ੂ ਹੈ, ਘੱਟ ਵਜਨ ਵਾਲਾ, ਤਾਂ ਉਹਨੂੰ ਉਸ ਹਿਸਾਬ ਨਾਲ ਦੇਣੀ ਹੈ। ਆਪਣੇ ਕੋਲ ਬੈੜ ਹੈ ਜਾਂ ਝੋਟੀ ਹੈ, ਉਹ ਉਸ ਹਿਸਾਬ ਨਾਲ ਦੇਣੀ ਹੈ। ਜਾਂ ਵੱਡਾ ਪਸ਼ੂ ਹੈ, ਉਹ ਉਹਦੇ ਵਜਨ 'ਤੇ ਹੀ ਡਿਪੈਂਡ ਕਰੂਗਾ ਕਿ ਆਪਾਂ ਨੂੰ 1 ਗ੍ਰਾਮ ਗੋਲੀ ਲੱਗੂਗੀ ਕਿ 3 ਗ੍ਰਾਮ ਗੋਲੀ ਲੱਗੂਗੀ, ਕਿ ਉਸ ਹਿਸਾਬ ਨਾਲ ਹੀ ਉਹਦੀ ਜਿਹੜੀ ਡੀਵਾਰਮਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ।
ਤੇ ਡਾਕਟਰ ਸਾਹਿਬ ਬਹੁਤ ਹੀ ਵਿਸਤਾਰਪੂਰਵਕ ਤੁਸੀਂ ਜਵਾਬ ਦੇ ਰਹੇ ਹੋ। ਮੈਨੂੰ ਲੱਗਦਾ ਹੈ ਕਿ ਇਹ ਮੁਤਮਈਨ ਹੋਣਗੇ ਤੁਹਾਡੇ ਜਵਾਬ ਦੇ ਨਾਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ, ਉਹਨਾਂ ਦਾ ਸਵਾਲ ਵੀ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ, ਪਰਵਿੰਦਰ ਸਿੰਘ ਬੋਲ ਰਿਹਾ ਜੀ, ਪਿੰਡ ਭਦੌੜ ਤੋਂ, ਜ਼ਿਲ੍ਹਾ ਬਰਨਾਲਾ ਤੋਂ ਜੀ। ਜੀ ਪਰਵਿੰਦਰ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਸਰ, ਸਵਾਲ ਮੇਰਾ ਇਹ ਸੀ ਸਰ, ਜੋ ਅੱਜ ਕੱਲ ਮਤਲਬ ਬਿਮਾਰੀਆਂ ਚੱਲ ਰਹੀਆਂ ਹੈਗੀਆਂ, ਉਹਨਾਂ ਦੀ ਰੋਕਥਾਮ ਵਾਸਤੇ ਮਤਲਬ ਵੈਕਸੀਨ ਕਿਸ ਤਰ੍ਹਾਂ ਕਿੱਦਾਂ ਹੋਵੇ, ਉਹ ਉਸ ਬਾਰੇ ਸਵਾਲ ਸੀਗਾ ਜੀ ਮੇਰਾ। ਹਾਂਜੀ ਹਾਂਜੀ, ਸਮਝ ਗਏ ਤੁਹਾਡਾ ਸਵਾਲ। ਵੈਕਸੀਨੇਸ਼ਨ ਸ਼ਡਿਊਲ ਦੀ ਗੱਲ ਕਰੀਏ ਜਾਂ ਕਿਹੜੀ ਕਿਹੜੀ ਬਿਮਾਰੀਆਂ ਪਸ਼ੂਆਂ ਦੇ ਵਿੱਚ ਮੁੱਖ ਹੈ ਉਹਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੀ ਮੂੰਹ ਖੁਰ ਜਿਹਨੂੰ ਜਾਂ FMD ਜਿਹਨੂੰ ਕਹਿੰਦੇ ਆ, ਦੂਸਰੀ ਹੈ ਜੀ HS ਜਾਂ ਗਲਘੋਟੂ, ਤੀਸਰੀ ਬਲੈਕ ਵਾਟਰ ਜਿਹਨੂੰ ਆਪਾਂ ਲੰਗੜਾ ਬੁਖਾਰ ਕਹਿ ਦਿੰਦੇ ਆ, ਚੌਥੀ ਹੈ ਬਰੂਸਲੋਸਿਸ ਤੇ ਪੰਜਵੀਂ ਥਲੇਰੀਓਸਿਸ ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਮੂੰਹ ਖੁਰ ਦੀ ਗੱਲ ਕਰੀਏ ਤਾਂ 6 ਮਹੀਨਿਆਂ ਬਾਅਦ ਇਹਦੀ ਜਿਹੜੀ ਵੈਕਸੀਨ ਕਰਾਉਣਾ ਬਹੁਤ ਜ਼ਰੂਰੀ ਹੁੰਦਾ, ਮਤਲਬ ਕਿ ਸਾਲ 'ਚ ਤੁਸੀਂ 2 ਵਾਰ ਉਹਦੀ ਵੈਕਸੀਨ ਕਰਨੀ ਹੈ। ਗਲਘੋਟੂ ਤੇ ਲੰਗੜੇ ਬੁਖਾਰ ਦੀ ਸਾਲ ਦੇ 1 ਵਾਰ। ਬਰੂਸਲੋਸਿਸ ਦੀ ਜਿਹੜੀ ਆਪਣੀ ਵੈਕਸੀਨੇਸ਼ਨ ਹੈ ਉਹ ਬਹੁਤ ਅਹਿਮ ਰੋਲ ਉਹਦਾ ਹੁੰਦਾ ਹੈ। ਉਹ ਸਿਰਫ ਉਹਦੀ ਪਸ਼ੂ ਦੇ ਲਾਈਫ ਟਾਈਮ 'ਚ ਸਿਰਫ 1 ਵਾਰੀ ਹੁੰਦੀ ਹੈ। ਉਹ ਹੁੰਦੀ ਵੀ ਹੈ ਜਦੋਂ ਪਸ਼ੂ ਛੋਟਾ ਹੁੰਦਾ, ਮਤਲਬ 4 ਮਹੀਨਿਆਂ ਤੋਂ ਲੈ ਕੇ 10 ਮਹੀਨਿਆਂ ਦੇ ਵਿੱਚ ਉਹ ਜਿਹੜੀ ਵੈਕਸੀਨ ਹੈ ਜਿਹੜੀ ਉਹ ਹੋ ਜਾਣੀ ਚਾਹੀਦੀ ਹੈ। ਪੰਜਵੀਂ ਚੀਜ਼ ਜਿਹੜੀ ਹੈ ਥਲੇਰੀਓਸਿਸ, ਉਹਦੀ ਜੀਵਨ 'ਚ ਸਿਰਫ 1 ਵਾਰ ਹੀ ਵੈਕਸੀਨੇਸ਼ਨ ਹੁੰਦੀ ਹੈ ਤਾਂ ਉਹ ਉਸ ਲਈ ਇਮਿਊਨ ਹੋ ਜਾਂਦਾ। ਇਹਦੇ ਨਾਲ ਕੁਝ ਗੱਲਾਂ ਜਿਹੜੀ ਵੈਕਸੀਨ ਨਾਲ ਕਰਨੀਆਂ ਬਹੁਤ ਜ਼ਰੂਰੀ ਹੈ। ਉਹ ਇਹ ਹੈ ਕਿ ਵੈਕਸੀਨੇਸ਼ਨ ਤੋਂ ਪਹਿਲਾਂ ਡੀਵਾਰਮਿੰਗ ਹੋਣੀ ਬਹੁਤ ਜ਼ਰੂਰੀ ਹੈ। ਡੀਵਾਰਮਿੰਗ ਦੇ ਨਾਲ ਜਿਹੜੀ ਵੈਕਸੀਨ ਤੁਸੀਂ ਲਾ ਰਹੇ ਹੋ ਉਹਦੀ ਕੋਲਡ ਚੇਨ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਅਗਰ ਉਹਨੂੰ ਹਮੇਸ਼ਾ ਹੀ 4 ਡਿਗਰੀ 'ਤੇ ਜਿਹੜਾ ਸਟੋਰ ਕਰਕੇ ਰੱਖੋ, ਅਗਰ ਉਹ ਤੁਸੀਂ ਬਾਹਰ ਧੁੱਪੇ ਰੱਖ ਲਈ, ਜਿਵੇਂ ਗਰਮੀਆਂ ਦੇ ਵਿੱਚ ਟੈਂਪਰੇਚਰ ਆਪਣਾ 44-45 ਤੱਕ ਵੀ ਚਲਾ ਜਾਂਦਾ, ਤਾਂ ਉਹ ਵੈਕਸੀਨ ਦਾ ਅਸਰ ਜਿਹੜਾ ਖਤਮ ਹੋ ਜਾਊਗਾ। ਦੂਸਰੀ ਚੀਜ਼ ਸੂਈ ਦਾ ਇਸਤੇਮਾਲ, ਕਿ ਆਪਾਂ ਸਾਰੇ ਪਸ਼ੂਆਂ ਨੂੰ ਇੱਕ ਹੀ ਸੂਈ ਨਾਲ ਵੈਕਸੀਨ ਨਾ ਕਰੀਏ। ਤੁਸੀਂ ਬਾਜ਼ਾਰ ਤੋਂ ਵੈਕਸੀਨ ਲਿਆਓ, ਨਾਲ ਉਨੀਆਂ ਹੀ ਸੂਈ ਸਰਿੰਜਾਂ ਵੀ ਲਿਆਓ, ਤੇ ਹਰ ਪਸ਼ੂ ਲਈ ਅਲੱਗ ਸੂਈ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਗੱਲਾਂ ਤਾਂ ਡਾਕਟਰ ਸਾਹਿਬ ਵੱਲੋਂ ਦੱਸੀਆਂ ਜਾ ਰਹੀਆਂ, ਬਸ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਖਾਸ ਧਿਆਨ ਰੱਖੋ। ਤੇ ਹੁਣ ਅਗਲੇ ਪਸ਼ੂ ਪਾਲਕ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਆ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮੀਤ ਸਿੰਘ ਰਖੜਾ, ਪਿੰਡ ਕੜਿਆਲ, ਜ਼ਿਲ੍ਹਾ ਮੋਗਾ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਮੇਰਾ ਸਵਾਲ ਡਾਕਟਰ ਸਾਹਿਬ ਨੂੰ ਇਹੀ ਹੈ ਵੀ ਜੇਕਰ ਅਸੀਂ 3 ਮਹੀਨਿਆਂ ਬਾਅਦ ਪਸ਼ੂਆਂ ਨੂੰ ਮਲਾਪਰੈਤ ਨਹੀਂ ਕਰਦੇ ਤਾਂ ਉਹਦਾ ਕੀ ਨੁਕਸਾਨ ਹੁੰਦਾ ਵਾ, ਤੇ ਜੇ ਸਮਾਂ ਅੱਗੇ ਪਿੱਛੇ ਹੋ ਜੇ ਤਾਂ ਇਹਦੇ ਨਾਲ ਕੀ ਫਰਕ ਪੈਂਦਾ ਹੈਗਾ? ਹਾਂਜੀ ਹਾਂਜੀ, ਬਹੁਤ ਚੰਗਾ ਕੁਐਸਚਨ ਹੈ ਤੁਹਾਡਾ ਜੀ। ਆਪਾਂ ਕਹਿੰਦੇ ਹਾਂ ਕਿ ਹਰ 3 ਮਹੀਨਿਆਂ ਬਾਅਦ ਜਿਹੜੀ ਹੈ ਡੀਵਾਰਮਿੰਗ ਹੋਣਾ ਬਹੁਤ ਜ਼ਰੂਰੀ ਹੈ। ਉਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਉਹ ਕਿਉਂ ਇੰਪੋਰਟੈਂਟ ਹੈ? ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਪਸ਼ੂ ਦੀ ਜਾਂ ਪੂਰੇ ਫਾਰਮ ਦੀ ਜਦੋਂ ਡੀਵਾਰਮਿੰਗ ਕਰਦੇ ਹਾਂ ਤੇ 100% ਕਦੇ ਵੀ ਉਹ ਜਿਹੜੇ ਕੀੜੇ ਉਹ ਨਹੀਂ ਮਰਦੇ। ਕੁਛ ਨਾ ਕੁਛ ਕੀੜੇ ਉਹਦੇ ਪੇਟ ਦੇ ਅੰਦਰ ਰਹਿ ਜਾਂਦੇ ਆ, ਜਿਹੜੇ ਕਿ ਹੌਲੀ ਹੌਲੀ ਪਣਪਦੇ ਦੁਬਾਰਾ ਬਣ ਜਾਂਦੇ ਆ। ਦੂਸਰੀ ਗੱਲ ਹੁੰਦੀ ਹੈ ਕਿ ਇੱਕ ਪਸ਼ੂ 'ਚੋਂ ਦੂਜੇ ਪਸ਼ੂ 'ਚੋਂ ਵੀ ਉਹ ਜਿਹੜੇ ਆਪਣੇ ਮਲਾਪਾ ਜਾਂ ਕੀੜੇ ਆ ਉਹ ਆ ਜਾਂਦੇ ਆ। ਤੀਸਰੀ ਚੀਜ਼ ਜਿਹੜੀ ਕਿ ਬਹੁਤ ਅਹਿਮ ਹੈ ਕਿ ਆਪਾਂ ਦੇਖਦੇ ਹਾਂ ਕਿ ਸਾਡਾ ਜਿਹੜਾ ਮੌਸਮ ਦਾ ਜਿਹੜਾ ਸਾਈਕਲ ਹੈ, ਹਰ 3 ਮਹੀਨਿਆਂ ਬਾਅਦ ਆਪਣਾ ਮੌਸਮ ਜਿਹੜਾ ਬਦਲਦਾ। ਗਰਮੀ ਆ ਗਈ, ਸਰਦੀ ਆ ਗਈ, ਜਾਂ ਬਰਸਾਤ ਦਾ ਮੌਸਮ ਆ ਗਿਆ, ਠੀਕ ਹੈ। ਉਸ ਟਾਈਮ ਕੀ ਹੁੰਦਾ ਹੈ ਕਿ ਉਸ ਮੌਸਮ ਦੇ ਅਕੋਰਡਿੰਗ ਨਵੇਂ ਜਿਹੜੇ ਕੀੜੇ ਆ ਉਹਦੇ ਪਸ਼ੂ ਦੇ ਅੰਦਰ ਬਣਨਾ ਸ਼ੁਰੂ ਹੋ ਜਾਂਦੇ। ਇਸ ਕਰਕੇ ਹਰ 3 ਮਹੀਨਿਆਂ ਬਾਅਦ ਉਹਦੀ ਜਿਹੜੀ ਡੀਵਾਰਮਿੰਗ ਕਰਨਾ ਉਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਉਹ ਡੀਵਾਰਮਿੰਗ ਨਹੀਂ ਕਰ ਰਹੇ ਤਾਂ ਉਹਦੇ ਨੁਕਸਾਨ ਬਹੁਤ ਹੈ। ਨੁਕਸਾਨ ਇਹ ਹੈ ਕਿ ਜੋ ਤੁਸੀਂ ਉਹਨੂੰ ਰਾਸ਼ਨ ਦੇ ਰਹੇ ਹੋ, ਜਿੰਨਾ ਵੀ ਪੱਠਾ ਫੀਡ ਚੰਗੀ ਦੇ ਰਹੇ ਹੋ, ਉਹ ਪਸ਼ੂ ਨਹੀਂ ਖਾ ਰਿਹਾ, ਉਹ ਪਸ਼ੂ ਦੇ ਅੰਦਰ ਜਿਹੜੇ ਕੀੜੇ ਪਣਪ ਰਹੇ ਉਹ ਖਾ ਰਹੇ, ਕਿ ਤੁਹਾਡਾ ਇੱਕ ਤਾਂ ਉਹ ਨੁਕਸਾਨ ਹੋ ਰਿਹਾ। ਦੂਸਰਾ, ਪਸ਼ੂ ਆਪਣੇ ਪੋਟੈਂਸ਼ੀਅਲ ਦਾ ਦੁੱਧ ਨਹੀਂ ਦੇ ਪਾਊਗਾ। ਅਗਰ ਤੁਸੀਂ ਚੰਗਾ ਸੀਮਨ ਯੂਜ਼ ਕਰ ਰਹੇ ਹੋ, 30-35 ਲੀਟਰ ਜਾਂ 40 ਲੀਟਰ ਵਾਲੀ ਨਸਲ ਤੁਹਾਡੇ ਕੋਲ ਹੈਗੀ ਹੈ, ਤਾਂ ਆਪਣੇ ਫੁੱਲ ਪੋਟੈਂਸ਼ੀਅਲ 'ਤੇ ਕਦੀ ਵੀ ਨਹੀਂ ਆਊਗੀ। ਇਸੇ ਤਰ੍ਹਾਂ ਕਈ ਵਾਰੀ ਆਪਾਂ ਨੂੰ ਸ਼ਿਕਾਇਤ ਮਿਲਦੀ ਕਿਸਾਨ ਭਰਾਵਾਂ ਤੋਂ ਕਿ ਅਸੀਂ ਦੇਖੋ ਜੀ ਰਾਸ਼ਨ ਵੀ ਚੰਗਾ ਦੇ ਰਹੇ ਹਾਂ, ਫੀਡ ਵੀ ਚੰਗੀ ਦੇ ਰਹੇ ਹਾਂ, ਰੱਖ ਰਖਾਵ ਵੀ ਚੰਗਾ ਹੈ ਜੀ, ਫਿਰ ਵੀ ਪਸ਼ੂ ਜਿਹੜੇ ਦੁੱਧ ਨਹੀਂ ਵਧਾ ਰਹੇ। ਤਾਂ ਉਹਦਾ ਇੱਕ ਕਾਰਨ ਜਿਹੜਾ ਉਹਦੇ ਅੰਦਰ ਬਣ ਰਹੇ ਜਿਹੜੇ ਬਲਾਪੀ ਹੈ। ਇਸ ਕਰਕੇ ਹਰ 3 ਮਹੀਨਿਆਂ ਬਾਅਦ ਉਹਦੀ ਡੀਵਾਰਮਿੰਗ ਜਿਹੜੀ ਹੈ ਕਰਨੀ ਬਹੁਤ ਜ਼ਰੂਰੀ ਹੈ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਵੀ ਜਾਰੀ ਰਹੇਗਾ ਅਸੀਸ ਡੇਅਰੀ ਫਾਰਮ ਹੈਲਪਲਾਈਨ। ਤੁਸੀਂ ਬਸ ਕਿਤੇ ਨਹੀਂ ਜਾਣਾ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਅਗਾਂਹਵਧੂ ਪਸ਼ੂ ਪਾਲਕ ਜੋ ਆਪਣੀ ਨਵੀਂ ਸੋਚ ਨਾਲ ਬਾਕੀ ਕਿਸਾਨ ਵੀਰਾਂ ਨੂੰ ਪਸ਼ੂ ਪਾਲਕਾਂ ਨੂੰ ਸੇਧ ਦਿੰਦਾ ਹੈ ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਅੱਜ ਦੁਨੀਆ 'ਚ ਆਬਾਦੀ ਦੇ ਹਿਸਾਬ ਨਾਲ ਦੁੱਧ ਦੀ ਮਾਤਰਾ ਬਹੁਤ ਘੱਟ ਹੋ ਗਈ, ਜਿਸ ਕਰਕੇ ਦਿਨੋ ਦਿਨ ਬਾਜ਼ਾਰਾਂ 'ਚ ਨਕਲੀ ਦੁੱਧ ਵੇਚਿਆ ਜਾ ਰਿਹਾ ਹੈ ਜੋ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ। ਦੂਜੇ ਪਾਸੇ ਪਸ਼ੂ ਪਾਲਣ 'ਚ ਦਿਨੋ ਦਿਨ ਪੈ ਰਹੇ ਘਾਟੇ ਕਾਰਨ ਬਹੁਤੇ ਲੋਕਾਂ ਵੱਲੋਂ ਇਸ ਧੰਦੇ ਨੂੰ ਅਲਵਿਦਾ ਕਿਹਾ ਜਾ ਚੁੱਕਿਆ ਹੈ। ਪਰ ਅੱਜ ਵੀ ਕੁਝ ਡੇਅਰੀ ਫਾਰਮਰ ਅਜਿਹੇ ਨੇ ਜੋ ਆਪਣੀ ਸਿਆਣਪ ਦੇ ਨਾਲ ਦੁੱਧ ਦੇ ਧੰਦੇ ਨੂੰ ਲਾਹੇਵੰਦ ਬਣਾ ਚੁੱਕੇ ਨੇ। ਅੱਜ ਅਸੀਂ ਤੁਹਾਨੂੰ ਮੋਗਾ ਦੇ ਜਸਵਿੰਦਰ ਸਿੰਘ ਕਾਲੀਆ ਖੁਰਦ ਨਾਲ ਮਿਲਾਉਣ ਜਾ ਰਹੇ ਹਾਂ ਜੋ ਦੁੱਧ ਦੇ ਧੰਦੇ 'ਚੋਂ ਚੰਗਾ ਮੁਨਾਫਾ ਕਮਾ ਰਹੇ ਨੇ। ਮੈਂ ਡੈਰੀ ਧੰਦੇ ਦੇ ਨਾਲ ਤਕਰੀਬਨ 96 ਤੋਂ ਲੈ ਕੇ ਜੁੜਿਆ ਹੋਇਆ ਵੀ ਜਿਹਦਾ ਵੀ ਮੈਨੂੰ ਵਧੀਆ ਚਣੀ ਹੁਣ ਤੱਕ ਚੱਲ ਰਿਹਾ। ਜਸਵਿੰਦਰ ਸਿੰਘ ਕਾਲੀਆ ਖੁਰਦ ਨੇ ਦੱਸਿਆ ਕਿ ਉਹਨਾਂ ਕੋਲ ਵਧੀਆ ਨਸਲ ਦੀਆਂ ਗਊਆਂ ਹਨ ਜੋ ਕਿ ਇੱਕ ਦਿਨ ਦਾ 40-40 ਲੀਟਰ ਦੁੱਧ ਦਿੰਦੀਆਂ ਹਨ। ਨਾਲ ਹੀ ਉਹਨਾਂ ਨੇ ਆਪਣੇ ਇਸ ਪ੍ਰਫੁੱਲਤ ਫਾਰਮਿੰਗ ਲਈ ਅਸੀਸ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਸ ਕੰਪਨੀ ਦੇ ਮਾਹਰ ਡਾਕਟਰਾਂ ਵੱਲੋਂ ਦਿੱਤੇ ਸੁਝਾਅ ਕਰਕੇ ਅੱਜ ਉਹਨਾਂ ਦੇ ਛੋਟੇ ਜਿਹੇ ਫਾਰਮ ਨੂੰ ਇੱਕ ਵਿਸ਼ਾਲ ਰੂਪ ਦਿੱਤਾ ਗਿਆ। ਮੈਂ 3-4 ਸਾਲ ਤੋਂ ਲੈ ਕੇ ਅਸੀਸ ਫੀਡ ਦੇ ਨਾਲ ਜੁੜਿਆ ਹੋਇਆ ਵੀ ਜਿਹੜਾ ਇਹਨਾਂ ਦੀਆਂ ਵਧੀਆ ਸੇਵਾਵਾਂ ਜਿਵੇਂ ਡਾਕਟਰ ਸਾਹਿਬਾਨ ਸਮੇਂ-ਸਮੇਂ ਸਿਰ ਆ ਕੇ ਮੈਨੂੰ ਗਾਈਡ ਕਰਦੇ ਆ, ਜਿਹੜੀ ਉਹਦੇ ਆਪਣੇ ਵੈਕਸੀਨ ਵਗੈਰਾ ਜਾਂ ਡੀਵਾਰਮ ਵਗੈਰਾ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡਾਕਟਰ ਸਾਹਿਬ ਮੈਨੂੰ ਦੱਸਦੇ ਆ ਤੇ ਮੈਂ ਉਹ ਤਕਰੀਬਨ 6 ਮਹੀਨੇ ਬਾਅਦ ਜਿਹੜਾ ਹੈਗਾ ਦੂਜੀ ਆਪਣੀ ਵੈਕਸੀਨੇਸ਼ਨ ਕਰਦਾ ਤੇ ਡੀਵਾਰਮ ਤਕਰੀਬਨ 3 ਮਹੀਨਿਆਂ ਬਾਅਦ। ਤੇ ਇਹਦੇ ਨਾਲ ਡਾਕਟਰ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਵੀ ਉਹ ਮੈਨੂੰ ਵਧੀਆ ਚੱਲ ਰਿਹਾ। ਡੀਵਾਰਮ ਜਾਂ ਵੈਕਸੀਨੇਸ਼ਨ ਦਾ ਇਹ ਫਾਇਦਾ ਵੀ ਜੇ ਆਪਾਂ ਇਹਦਾ ਰਿਕਾਰਡ ਰੱਖਦੇ ਹਾਂ ਤਾਂ ਆਪਣੇ ਫਾਰਮਾਂ ਤੇ ਆਉਣ ਵਾਲੀਆਂ ਸਮੱਸਿਆ ਤੋਂ ਆਪਾਂ ਬਚ ਸਕਦੇ ਹਾਂ। ਅੱਜ ਸਾਨੂੰ ਜ਼ਰੂਰਤ ਹੈ ਕਿ ਪੰਜਾਬ 'ਚ ਹਰ ਕਿਸਾਨ ਨੂੰ ਪਸ਼ੂਆਂ ਦੇ ਮਾਹਰ ਡਾਕਟਰਾਂ ਦੀ ਸਲਾਹ ਲੈ ਕੇ ਇਸ ਘਾਟੇ ਦੇ ਧੰਦੇ ਨੂੰ ਲਾਭ ਦਾ ਧੰਦਾ ਬਣਾਇਆ ਜਾ ਸਕੇ। ਸਰਬਜੀਤ ਰੌਲੀ, PTC ਨਿਊਜ਼, ਮੋਗਾ। ਬਈ ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਜਦਾ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਪਸ਼ੂਆਂ ਵਿੱਚ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀ ਮਹੱਤਤਾ, ਇਸ ਬਾਰੇ ਜੋ ਵੀ ਮੁੱਖ ਪੁਆਇੰਟ ਰਹੇ ਨੇ ਉਸ ਉੱਤੇ ਮੁੜ ਤੋਂ ਝਾਤ ਪਾਉਂਦੇ ਹਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਨਿਖਿਲ ਜੀ। ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਦੁੱਧ ਦੀ ਗੁਣਵੱਤਾ ਅਤੇ ਮਾਪਦੰਡ। ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ, ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰ ਸਕਦੇ ਹੋ ਜਾਂ WhatsApp ਕਰ ਸਕਦੇ ਹੋ ਤੇ ਇਸ ਵਿਸ਼ੇ ਨਾਲ ਜੁੜੇ ਸਵਾਲ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਅਸੀਸ ਡੇਅਰੀ ਫਾਰਮ ਹੈਲਪਲਾਈਨ, powered by KSA Straw Reaper, a product of KS Group, Malerkotla। ਦਿਓ ਇਜਾਜ਼ਤ, ਰੱਬ ਰੱਖਾ।